Vaheguru Ji Ka Khalsa, Vaheguru Ji Ki Fateh. Welcome back, Sangat Ji, after that short break. I hope you did have a biscuit with a jada cup. I could do with a jada cup right now, but Haji Thanko is obviously off shift for making tea. So if you have just joined us, we've got an amazing organisation by the name of Meet and Mingle, which is a voluntary non-profit organisation. ਅਸੀਂ ਪਹਿਲੋ half ਦੇ ਵਿੱਚ ਗੱਲ ਕੀਤੀ ਸੀਗੀ with the founder and one of the other youngest volunteers by the age of 27, which I will be mentioning again towards the end, about our youth to come forward and volunteer. But we've now got another set of volunteers from the organisation, and ਅਸੀਂ ਇਹਦੇ ਨਾਲ ਗੱਲਾਂ ਬਾਤਾਂ ਕਰਨੀਆਂ to find out a little bit more about their role and also what the organisation does, and how if you are interested in coming forward to get involved to do seva, there's no time like the present. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. Welcome, and thank you for coming on to the breakfast show. Very excited to have you here and to find out a little bit ਤੁਹਾਡੀ journey ਦੇ ਬਾਰੇ, ਤੁਸੀਂ ਕੀ ਕਰਦੇ ਆ. So ਮੈਂ ਸ਼ੁਰੂ ਕਰਨਾ, ਪਹਿਲਾਂ ਤੁਹਾਨੂੰ ਪੁੱਛੂੰਗੀ ਤੁਹਾਡਾ ਨਾਮ ਕੀ ਹੈ, ਤੁਸੀਂ ਕੀ ਕਰਦੇ ਆਰਗੇਨਾਈਜੇਸ਼ਨ ਦੇ ਵਿੱਚ? ਮੇਰਾ ਨਾਮ ਸੁਰਿੰਦਰ ਹੈ। ਮੈਂ ਵੋਲੰਟੀਅਰ ਇਸ ਆਰਗੇਨਾਈਜੇਸ਼ਨ 'ਚ 1.5 ਸਾਲ ਤੋਂ ਜੁਆਇਨ ਕੀਤਾ ਤੇ ਮੈਨੂੰ ਬਹੁਤ ਅੱਛਾ ਲੱਗਿਆ, ਕਿਉਂਕਿ ਮੈਂ ਜਦੋਂ ਰਿਟਾਇਰ ਹੋਈ ਹਾਂ ਤੇ ਮੈਂ ਸੋਚੀ ਸੀ ਮੈਂ ਕੀ ਕਰਾਂ ਹੁਣ। ਤੇ ਮੇਰੀ ਲਾਈਫ ਦੇ ਵਿੱਚ ਸਿਰਫ ਜਾਂ ਤਾਂ ਮੇਰਾ ਘਰ ਜਾਂ ਮੇਰਾ ਹਸਬੈਂਡ ਤੇ ਮੇਰਾ ਸਨ, ਮੇਰੀ ਲਾਈਫ ਦੇ ਵਿੱਚ ਇਹੀ ਸੀ। ਮੈਂ ਬਹੁਤ ਵੱਡੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਪਰ ਅਪਾਰਟ ਫਰੋਮ ਦੈਟ ਮੇਰੀ ਇੰਨੀ ਛੋਟੀ ਜਿਹੀ ਫੈਮਿਲੀ ਸੀਗੀ। ਸੋ ਮੇਰੀ ਸਾਰੀ ਲਾਈਫ ਉਹਦੇ ਵਿੱਚ ਰਿਵੋਲਵ ਹੁੰਦੀ ਸੀਗੀ। ਸੋ ਜਦੋਂ ਮੇਰਾ ਬੇਟਾ ਜੌਬ ਲੈ ਕੇ ਬਾਹਰ ਚਲ ਗਿਆ ਤੇ ਮੇਰੇ ਹਸਬੈਂਡ ਕੰਮ ਤੇ ਮੈਂ ਸੋਚੀ ਮੈਂ ਵੀ ਰਿਟਾਇਰਮੈਂਟ ਲੈ ਲਈ, ਹੁਣ ਮੈਂ ਕੀ ਕਰਾਂ। ਤੇ ਸਾਲ ਕੁ ਤਾਂ ਮੈਂ ਘਰ ਦੇ ਕੰਮਾਂ ਦੇ ਵਿੱਚ ਰੁੱਝੀ ਰਹੀ। ਫਿਰ ਮੈਂ ਸੋਚਿਆ ਨਹੀਂ, ਮੈਨੂੰ ਵੀ ਕੁਝ ਕਰਨਾ ਚਾਹੀਦਾ ਹੈ। ਸੋ ਮੈਂ ਗਰੁੱਪ ਵਗੈਰਾ ਲੱਭਣ ਲੱਗ ਗਈ ਤੇ ਮੈਨੂੰ ਕਾਫੀ ਗਰੁੱਪ ਦੇਖੇ ਤੇ ਮੈਨੂੰ ਅਕਸ਼ਾ ਦਾ ਗਰੁੱਪ ਮੈਂ ਦੇਖਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਮੈਂ ਸੋਚਿਆ ਕਿ ਇੱਕ ਗਰੁੱਪ ਜੁਆਇਨ ਕਰਾਂਗੀ, ਇੱਥੇ ਮੈਂ ਵੀ ਕੁਝ ਸਿੱਖ ਸਕਾਂਗੀ, ਕਿਉਂਕਿ ਮੈਂ ਦੇਖਦੀ ਸੀ ਕਿ ਜੋ ਕੁਝ ਮੈਂ ਲੀਫਲੈਟ 'ਤੇ ਪੜ੍ਹਿਆ ਤੇ ਮੈਨੂੰ ਬਹੁਤ ਅੱਛਾ ਲੱਗਾ। ਸੋ ਮੈਂ ਜਾ ਕੇ ਦੇਖਿਆ ਤੇ ਮੈਨੂੰ ਲੱਗਾ ਕਿ ਹਾਂ, ਇਹ ਗਰੁੱਪ ਮੇਰੇ ਵਾਸਤੇ ਠੀਕ ਹੈ। ਤੇ ਉਦੋਂ ਤੋਂ ਮੈਂ 1.5 ਸਾਲ ਹੋ ਗਿਆ, ਪਰ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਸਾਲ ਹੋ ਗਏ। ਮੈਂ ਇੱਦਾਂ ਲੱਗਦਾ ਕਿ ਮੇਰੀ ਆਪਣੀ ਫੈਮਿਲੀ ਹੈ। ਮੈਨੂੰ ਕੋਈ ਵੀ ਦਿਨ ਇੱਦਾਂ ਲੱਗਦਾ ਕਿ ਮੈਂ ਕੋਈ ਵੀ ਦਿਨ ਮਿਸ ਨਹੀਂ ਕਰਨਾ ਚਾਹੁੰਦੀ ਹਾਂ। ਮੇਰਾ ਪਹਿਲਾ ਗਰੁੱਪ 'ਤੇ ਜਾਂਦਾ ਹੁੰਦਾ, ਉਸ ਬਹਾਨੇ ਨਾਲ ਮੈਂ ਸਵੇਰੇ ਉੱਠ ਕੇ ਜਿੰਨੇ ਵੀ ਕੰਮ ਕਰਨੇ ਹੁੰਦੇ ਸਾਰੇ ਜਲਦੀ ਖ਼ਤਮ ਕਰਕੇ ਤੇ ਫਿਰ ਮੈਂ ਗਰੁੱਪ 'ਤੇ ਚਲੀ ਜਾਂਦੀ ਹਾਂ। ਤੇ ਉੱਥੇ ਜਾ ਕੇ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਆਪਣੇ ਹੈ। ਮੇਰੀ ਲਾਈਫ ਦੇ ਵਿੱਚ ਮੇਰੇ ਕੋਈ ਫਰੈਂਡਸ ਨਹੀਂ ਹੁੰਦੇ ਸੀਗੇ। ਮੇਰਾ ਸਿਰਫ ਘਰ, ਮੇਰਾ ਹਸਬੈਂਡ ਤੇ ਮੇਰਾ ਬੇਟਾ, ਤੇ ਕੋਈ ਫਰੈਂਡਸ ਨਹੀਂ ਹੁੰਦੇ ਸੀਗੇ। ਸੋ ਜਦੋਂ ਮੈਂ ਇਸ ਗਰੁੱਪ 'ਤੇ ਹੁਣ ਜੁਆਇਨ ਕੀਤਾ ਤੇ ਮੈਨੂੰ ਲੱਗਦਾ ਸਾਰੇ ਮੇਰੇ ਫਰੈਂਡਸ ਨੇ। ਜਦੋਂ ਮੈਂ ਜਾਂਦੀ ਹਾਂ ਮੈਂ ਸਭ ਨਾਲ ਹੱਸਦੀ ਹਾਂ, ਖੇਡਦੀ ਹਾਂ, ਮਿਲਦੀ ਹਾਂ, ਇੰਨਾ ਅੱਛਾ ਲੱਗਦਾ ਹੈ। ਤੇ ਖਾਸ ਕਰ ਅਕਸ਼ਾ ਇੰਨੀ ਮੈਂ ਦੱਸ ਨਹੀਂ ਸਕਦੀ, ਵੈਲਕਮਿੰਗ ਹੈਗੇ ਆ। ਕੋਈ ਵੀ ਉਹਨਾਂ ਵਾਸਤੇ ਕੰਮ ਛੋਟਾ ਨਹੀਂ ਹੈ, ਔਰ ਬੜੇ ਬੰਦਿਆਂ ਨੂੰ ਮਤਲਬ ਬੜੀ ਅੱਛੀ ਤਰ੍ਹਾਂ ਮਿਲਦੇ ਤੇ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਬਹੁਤ ਇੰਸਪਾਇਰਿੰਗ ਹੈ। ਉਹਨਾਂ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ। ਹਾਂਜੀ, ਬਹੁਤ ਵਧੀਆ, ਥੈਂਕ ਯੂ। ਤੁਸੀਂ ਵੀ ਦੱਸ ਸਕਦੇ ਤੁਹਾਡਾ ਨਾਮ, ਤੁਸੀਂ ਕੀ ਕਰਦੇ? ਮੇਰਾ ਨਾਮ ਜਸਵੀਰ ਹੈਗਾ, ਜਸਵੀਰ ਕਲਸੀ ਜੀ। ਤੇ ਮੈਂ ਵੀ 4.5 ਸਾਲ ਹੋ ਗਏ ਮੈਨੂੰ ਜੁਆਇਨ ਕੀਤੇ ਨੂੰ। ਆਈ ਵਾਸ ਫੀਲਿੰਗ ਵੈਰੀ ਲੋਨਲੀ ਐਟ ਹੋਮ ਐਜ਼ ਵੈਲ, ਹੈ ਨਾ। ਜਿੱਦਾਂ ਮੈਨੂੰ ਕੋਈ ਚਾਹੀਦਾ ਸੀ ਕਿ ਮੈਂ ਬਾਹਰ ਜਾਵਾਂ, ਕੁਝ ਕਰਾਂ, ਹੈ ਨਾ। ਅਤੇ ਫਿਰ ਇੱਕ ਦਿਨ ਅਸੀਂ ਮੇਰੀਆਂ ਫਰੈਂਡਾਂ ਨਾਲ ਗਈਆਂ ਸੀਗੀਆਂ ਦੀਵਾਲੀ ਦੇ ਫੰਕਸ਼ਨ 'ਤੇ, ਉੱਥੇ ਅਸੀਂ ਲੀਫਲੈਟ ਦੇਖਿਆ ਸੀਗਾ, ਹੈ ਨਾ। ਅਤੇ ਅਸੀਂ ਕਿਹਾ ਚੱਲ ਅਸੀਂ ਜ਼ਰੂਰ ਜਾਣਾ ਹੈਗਾ, ਹੈ ਨਾ, ਵੀ ਮਸਟ ਗੋ, ਹੈ ਨਾ। ਅਤੇ ਅਸੀਂ 3 ਜਣੀਆਂ ਗਈਆਂ, ਹੈ ਨਾ। ਅਤੇ ਫਿਰ ਵੀ ਸੋ ਅਕਸ਼ਾ ਐਂਡ ਸ਼ੀ ਵਾਜ਼ ਰੀਅਲੀ ਗੁੱਡ, ਹੈ ਨਾ। ਸ਼ੀ ਇਜ਼ ਰੀਅਲੀ ਹੰਬਲ, ਸ਼ੀ ਇਜ਼ ਵੈਰੀ ਪੇਸ਼ੈਂਟ ਐਜ਼ ਵੈਲ, ਹੈ ਨਾ। ਐਂਡ ਫਿਰ ਅਸੀਂ ਜੁਆਇਨ ਕਰ ਲਿਆ। ਉਦੋਂ ਤੋਂ ਮੈਂ ਉੱਥੇ ਹੀ ਹੈਗਾ, ਹੈਲਪ ਕਰਦੀ ਅਕਸ਼ਾ ਦੀ। ਆਈ ਮੀਟ ਸੋ ਮੈਨੀ ਪੀਪਲ, ਆਈ ਮੀਟ ਸੋ ਮੈਨੀ ਫਰੈਂਡਸ, ਹੈ ਨਾ, ਨਾਈਸ ਪੀਪਲ, ਦੇ ਆਰ ਆਲ ਬਿਊਟੀਫੁਲ, ਹੈ ਨਾ, ਲਵਿੰਗ ਪੀਪਲ, ਹੈ ਨਾ। ਅਤੇ ਵੀ ਗੋਟ ਅ ਬਿਗ ਫੈਮਿਲੀ, ਹੈ ਨਾ। ਜੀ, ਇਟਸ ਰੀਅਲੀ ਲਵਿੰਗ ਦੇ, ਆਈ ਲਵ ਟੂ ਗੋ। ਅਮੇਜ਼ਿੰਗ, ਥੈਂਕ ਯੂ। ਐਂਡ ਤੁਸੀਂ ਵੀ ਥੋੜ੍ਹਾ ਦੱਸ ਸਕਦੇ ਹੋ? ਮੇਰਾ ਨਾਮ ਚਰਨਜੀਤ ਹੈ, ਚਰਨਜੀਤ ਬਿਸਲਾ। ਹਾਂਜੀ, ਮੈਂ ਅਕਸਾ ਦੇ ਨਾਲ ਓਵਰ 3 ਈਅਰ ਹੋ ਗਏ ਆ ਹੁਣ। ਹਾਂਜੀ, ਪਰ ਪਹਿਲਾਂ ਮੈਂ ਵੀ ਇਸ ਤਰ੍ਹਾਂ ਹੀ ਲੁੱਕ ਕਰਦੀ ਹੁੰਦੀ ਸੀ, ਕਿਤੇ ਮੈਨੂੰ ਕੋਈ ਗਰੁੱਪ ਮਿਲੇ। ਮੈਂ ਅਰਲੀ ਰਿਟਾਇਰਮੈਂਟ ਲੈ ਲਈ ਸੀ, ਤਾਂ ਫਿਰ ਮੈਂ ਆਪਣੇ ਗ੍ਰੈਂਡ ਚਿਲਡਰਨ ਲੁੱਕ ਆਫਟਰ ਕਰਦੀ ਹੁੰਦੀ ਸੀਗੀ, ਉਹਨਾਂ ਨੂੰ ਸਕੂਲੇ ਛੱਡਣਾ ਲੈਣਾ। ਪਰ ਆਫਟਰਨੂਨ ਮੇਰੇ ਕੋਲ ਸਪੇਅਰ ਹੁੰਦੀ ਸੀਗੀ, ਜਦੋਂ
ਤਾਂ ਇੱਕ ਦਿਨ ਮੈਂ ਇਹਨਾਂ ਦੀ ਪਿਕਚਰ ਦੇਖੀ ਪੇਪਰ ਦੇ ਵਿੱਚ ਨਾ, ਗਰੁੱਪ ਦੇ ਨਾਲ ਸੀਗੇ ਤਾਂ ਫਿਰ ਉੱਥੇ ਇਹਨਾਂ ਦਾ ਕੰਟੈਕਟ ਨੰਬਰ ਸੀ, ਫਿਰ ਮੈਂ ਇਹਨਾਂ ਨੂੰ ਕੀਤਾ ਫੋਨ, ਸੋ ਫਿਰ ਮੈਂ ਗਈ, ਫਿਰ ਥੋੜਾ ਜਾਂਦੀ ਸੀਗੀ ਤਾਂ ਫਸਟ ਈਅਰ ਤਾਂ ਇੰਨਾ ਨਹੀਂ ਗਈ, ਫਿਰ ਮੈਂ ਇਸ ਨੂੰ ਦੇਖਦੀ ਸੀ, ਇਹ ਇੰਨਾ ਕੁਝ ਚੁੱਕ ਕੇ ਲਿਆਉਂਦੀ ਹੁੰਦੀ ਸੀ, ਟੀ ਸਾਰਾ ਸਮਾਨ, ਤਾਂ ਸਾਰਿਆਂ ਨੂੰ ਪੁੱਛਦੀ ਸੀ ਤੁਸੀਂ ਚਾਹ ਪੀਓ ਖਾਓ, ਸਾਰਿਆਂ ਨੂੰ, ਮੈਨੂੰ ਵੀ ਇੰਨਾ ਵੈਲਕਮ ਕੀਤਾ ਕਿਉਂਕਿ ਮੈਂ ਕਿਸੇ ਨੂੰ ਖਾਸ ਜਾਣਦੀ ਨਹੀਂ ਸੀ ਉੱਥੇ। ਫਿਰ ਮੈਂ ਸਲੋਲੀ ਜਿੱਦਾਂ ਫਿਰ ਬੱਚੇ ਗ੍ਰੈਂਡ ਚਿਲਡਰਨ ਵੀ ਸਕੂਲੇ ਚਲ ਗਏ, ਫਿਰ ਮੇਰੇ ਕੋਲ ਥੋੜਾ ਐਕਸਟਰਾ ਟਾਈਮ ਵੀ ਹੁੰਦਾ ਸੀਗਾ, ਤਾਂ ਫਿਰ ਮੈਂ ਜ਼ਿਆਦਾ ਜਾਣ ਲੱਗ ਪਈ। ਫਿਰ ਅਨਫੋਰਚੂਨੇਟਲੀ ਲਾਸਟ ਈਅਰ ਬਿਫੋਰ ਦੈਟ ਅਕਸਾ ਦੀ ਡਾਟਰ, ਉਹਨਾਂ ਦਾ ਆਪਰੇਸ਼ਨ ਉਹਨਾਂ ਨੇ ਦੱਸਿਆ ਵੀ ਉਹ ਵੀ ਆਪਰੇਸ਼ਨ ਹੋਇਆ ਉਹਨਾਂ ਦਾ, ਤਾਂ ਉਸ ਟਾਈਮ ਫਿਰ ਅਕਸਰ ਨੂੰ ਕਾਫੀ ਦੇਰ ਜਾਣਾ ਪੈਂਦਾ ਸੀ ਹਸਪੀਟਲਾਂ ਨੇ, ਤਾਂ ਫਿਰ ਉਹ ਕਾਫੀ ਇੱਦਾਂ ਕਰਦੀ ਸੀ ਵੀ ਮੈਂ, ਤਾਂ ਫਿਰ ਮੈਂ ਕਿਹਾ ਮੈਂ ਜਿੰਨਾ ਕਰ ਸਕਾਂਗੀ ਮੈਂ ਕਰਾਂਗੀ। ਜਸਵੀਰ ਉੱਥੇ ਹੁੰਦੀ ਸੀ, ਸੋ ਅਸੀਂ ਥੋੜਾ ਜ਼ਿਆਦਾ ਇਨਵੋਲਵ ਹੋਣ ਲੱਗ ਪਏ ਇਸ ਤਰ੍ਹਾਂ ਦੇ ਨਾਲ। ਦੈਨ ਅਗੇਨ ਲਾਸਟ ਈਅਰ ਫਿਰ ਅਕਸਾ ਡਾਇਗਨੋਸ ਹੋ ਗਈ, ਸੋ ਦੈਟ ਵਾਸ ਦਾ ਰੀਅਲੀ ਬਿਗ ਬਲੋ ਸੀ ਸਾਡੇ ਸਾਰਿਆਂ ਦੇ ਲਈ, ਜਿੱਦਾਂ ਹੈ ਨਾ ਇੰਨਾ ਇਨਵੋਲਵ ਸੀ ਉਹਦੇ ਵਿੱਚ ਹੋ ਗਏ, ਇੰਨੀ ਖੁਸ਼ੀ ਮਿਲਦੀ ਹੈ ਜਿੱਦਾਂ ਨਾ। ਤਾਂ ਮੇਰੇ ਹਸਬੈਂਡ ਦੀ ਵੀ ਡੈਥ ਹੋਈ ਨੂੰ 19 ਈਅਰ ਹੋ ਗਏ ਆ, ਸੋ ਮੇਰੇ ਲਈ ਟਾਈਮ ਆਊਟ, ਹੈਵ ਅ ਲਾਫ, ਜਿੱਦਾਂ ਇਟਸ ਰੀਅਲੀ ਗੁੱਡ ਉੱਥੇ ਆ। ਤਾਂ ਫਿਰ ਬਸ ਇਸ ਤੋਂ ਹੁਣ ਫਿਰ ਅਸੀਂ ਜਦੋਂ ਇਹ ਡਾਇਗਨੋਸ ਹੋਈ ਗਿਆ ਸੀ, ਇਹਨੂੰ ਕਿਹਾ ਥੋੜ੍ਹੀ ਦੇਰ ਲਈ ਬੰਦ ਕਰ ਲਾ, ਤਾਂ ਫਿਰ ਤੂੰ ਵੀ ਰੈਸਟ ਕਰੇ, ਟੂ ਮੱਚ ਫॉर ਯੂ, ਪਰ ਕਹਿੰਦੀ ਨਹੀਂ ਜੇ ਤੁਸੀਂ ਕਰ ਸਕਦੇ ਆ, ਦੈਨ ਮੈਂ ਫਿਰ ਜਿੱਦਾਂ ਬੈਕਬੋਨ, ਜਿੱਦਾਂ ਟੈਕਸਟ, ਈਮੇਲ, ਈਵਨ ਉਹਦੀਆਂ ਡਾਟਰਸ, ਹਸਬੈਂਡ, ਦੇ ਉਹ ਇੰਨਾ ਇਨਵੋਲਵ, ਪਰ ਵੀ carried on, and then thank God ਅਕਸਾ back with us, ਪਰ ਇਸ ਲੇਡੀ ਨੇ ਇੱਕ ਦਿਨ ਵੀ ਇੱਦਾਂ ਨਹੀਂ ਹੋਇਆ ਮੈਨੂੰ, ਜਦੋਂ ਮੈਂ ਇਹਨੂੰ ਫੋਨ ਕਰਦੀ ਸੀਗੀ, ਇੰਸਟੈਡ ਆਫ ਮੇਰੇ ਆਨਸਰ ਦੇਣਾ ਪਏ ਹਾਊ ਯੂ ਡੂਇੰਗ ਐਂਡ ਕਿੱਦਾਂ ਤੇਰੇ, ਉਹ ਪੁੱਛਦੀ ਸੀ ਮੀਟ ਐਂਡ ਮਿੰਗਲ ਕਿੱਦਾਂ ਆ, ਲੇਡੀਜ਼ ਗੁੱਡ ਆ, ਹੈਪੀ ਆ, ਕੋਈ ਪ੍ਰੋਬਲਮ ਤਾਂ ਨਹੀਂ ਉਹਨਾਂ ਨੂੰ। ਐਵਰੀ ਡੇ ਇਹ ਸਾਰਾ ਕੁਛ 9 ਮੰਥ ਇਹ ਇੱਕ ਦਿਨ ਨਹੀਂ ਇਸਨੇ ਸਟਾਪ ਕੀਤਾ। ਇਸ ਲੱਕ ਸ਼ੀ ਇਜ਼ ਐਨ ਐਂਜਲ ਐਂਡ ਵੀ ਆਰ ਰੀਅਲੀ ਬਲੈਸਡ ਟੂ ਹੈਵ ਹਰ ਇਨ ਆਵਰ ਲਾਈਫ, ਹੈ ਨਾ। ਹੁਣ ਵੀ ਅਸੀਂ ਇਹ ਪ੍ਰੇਅਰ ਕਰਦੇ ਹਾਂ ਕਿ ਪਰਮਾਤਮਾ ਇਸ ਨੂੰ ਹੈਲਥ ਦੇਵੇ, ਇਹਨਾਂ ਇਸ ਦੇ ਪਰਿਵਾਰ ਨੂੰ ਵੀ ਖੁਸ਼ੀਆਂ ਦੇਵੇ, ਕਿਉਂਕਿ ਉਹ ਵੀ ਬਹੁਤ, ਦੋਨੋਂ ਬੇਟੀਆਂ, ਹਸਬੈਂਡ ਵੈਰੀ ਮੱਚ ਇਨਵੋਲਵ ਇਨ ਇਟ। ਹਾਂਜੀ, ਤਾਂ ਪਰ ਸ਼ੀ ਇਜ਼ ਐਨ ਅਮੇਜ਼ਿੰਗ ਵੂਮਨ। ਹਾਂਜੀ, ਐਂਡ ਯੂ ਨੋ ਜਿੱਦਾਂ ਮੈਂ ਪਹਿਲੋਂ ਹਾਫ ਦੇ ਵਿੱਚ ਗੱਲ ਵੀ ਕੀਤੀ ਸੀ ਅਕਸਰ ਦੇ ਨਾਲ ਐਂਡ ਮੈਵਿਸ਼ ਦੇ ਨਾਲ, ਹੁਣ ਮੈਂ ਤੁਹਾਡੇ ਨਾਲ ਵੀ ਗੱਲ ਕਰਦੀ ਹਾਂ। ਆਈ ਫਾਈਂਡ ਦੈਟ ਮੇਰੇ ਵਾਸਤੇ ਆਈ ਕੈਨ ਰੀਲੀ ਹੀਅਰ ਦ ਪ੍ਰਿੰਸੀਪਲਸ ਔਰ ਵੈਲਿਊਜ਼ ਆਫ ਜਿਹੜੀ ਸਿੱਖੀ ਦੇ ਵਿੱਚ ਆ, ਯੂ ਨੋ ਬੀਇੰਗ ਹੰਬਲ, caring, kind, compassionate, ਹੈ ਨਾ। ਐਂਡ ਓਬਵੀਅਸਲੀ ਵਨ ਆਫ ਦ ਪ੍ਰਿੰਸੀਪਲਸ ਐਜ਼ ਅ ਸਿੱਖ ਇਜ਼ ਟੂ ਡੂ ਸੇਵਾ, ਜਿੱਦਾਂ ਯੂ ਨੋ ਵੰਡ ਕੇ ਛਕੋ, ਸੇਵਾ ਕਰੋ, ਨਾਮ ਜਪੋ, ਐਂਡ ਆਈ ਕੈਨ ਸੀ ਦੈਟ ਵਿਦਿਨ yourselves that the volunteers you have that। ਜਿਹੜੇ ਸਾਡੇ ਵਿਊਅਰਸ ਹੈਗੇ ਹੁਣ, you know, worldwide, Sikh channel worldwide, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ, for example if ਉਹ ਥੋੜ੍ਹਾ ਜਿਹਾ lonely feel ਕਰਦੇ ਆ, and ਉਹ ਵੀ ਸੋਚਦੇ ਆ, you know, ਜਿੱਦਾਂ ਸਾਡਾ ਮਨ ਨਹੀਂ ਲੱਗਦਾ ਬਾਹਰ ਜਾਣ ਨੂੰ, ਕੁਛ ਕਰਨ ਨੂੰ, what would you like to say, because ਤੁਸੀਂ ਵੀ, you know, your mum's parents, what would you like to say to them? Because one of my biggest concerns, you know, having parents of my own, is that mum and dad nu chahiye to be active and busy, because otherwise they get depressed, they get lonely, and there's lots more parents ਜਿਹੜੇ ਦੇਖਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਵੱਲੋਂ ਪਰਸਨਲੀ ਮੈਂ ਕਹਿੰਦੀ, ਜਿਹੜੇ ਇੱਕ ਵਾਰੀ ਤੁਸੀਂ ਨਾ ਥੋੜਾ ਜਿਹਾ ਵੋਲੰਟੀਅਰ ਕੰਮ ਛੋਟਾ ਜਿਹਾ ਕੁਝ ਕਰਕੇ ਦੇਖੋ, ਤੁਹਾਨੂੰ ਇੰਨੀ ਗੁੱਡ ਫੀਲਿੰਗ ਹੁੰਦੀ ਹੈ ਨਾ, ਦੈਨ ਫਿਰ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਚੀਜ਼ ਸੂਟ ਕਰਦੀ ਹੈ। ਮੇਬੀ ਸਾਨੂੰ ਮੈਨੂੰ ਮੀਟ ਐਂਡ ਮਿੰਗਲ ਸੂਟ ਕਰਦਾ, ਕਿਸੇ ਹੋਰ ਨੂੰ ਉਹ ਨਹੀਂ ਕਰਦਾ ਹੋਊਗਾ। ਤੁਸੀਂ ਗੁਰਦੁਆਰੇ ਜੇ ਉਹ ਕੁਛ ਉੱਥੇ ਹੈਗੀ ਆ ਸੇਵਾ ਦੇ ਕਿਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ, ਕਿਸੇ ਉੱਥੇ ਵੀ ਐਲਡਰੀ ਪੀਪਲ ਆਉਂਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਿੱਦਾਂ ਉਹਨਾਂ ਨੂੰ ਤੁਸੀਂ ਡਿਫਰੈਂਟ ਐਟਮੋਸਫੀਅਰ 'ਚ ਲਿਜਾ ਸਕਦੇ ਹੋ। ਤਾਂ ਇਹਦੇ ਨਾਲ ਮੈਨੂੰ ਲੱਗਦਾ ਵੋਲੰਟਰੀ ਕੰਮ ਕਰਕੇ ਤੁਹਾਨੂੰ ਫੀਲਿੰਗ ਬਹੁਤ ਗੁੱਡ ਆਉਂਦੀ, ਤੁਹਾਡੀ ਅਪਰੀਸ਼ੀਏਸ਼ਨ ਤੁਸੀਂ ਖੁਦ ਨੂੰ ਹੀ ਕਰਦੇ ਆ, ਜਿੱਦਾਂ ਹੈ ਨਾ, ਇਹ ਇਸ ਡਿਫਰੈਂਟ ਫੀਲਿੰਗ। ਇੱਕ ਵਾਰੀ ਤੁਸੀਂ ਕਰਕੇ ਦੇਖੋ, ਯੂ ਵਾਂਟ ਟੂ ਡੂ ਮੋਰ ਐਂਡ ਮੋਰ। ਮੈਂ ਇਸ 'ਤੇ ਥੋੜ੍ਹਾ ਜਿਹਾ ਟੱਚ ਕਰਨਾ ਚਾਹੁੰਦੀ ਹਾਂ। ਹਾਂਜੀ ਪਲੀਜ਼। ਜਿਸ ਤਰ੍ਹਾਂ ਚਰਨਜੀਤ ਨੇ ਕਿਹਾ ਕਿ ਇਟਸ ਅ ਵੈਰੀ ਗੁੱਡ ਫੀਲਿੰਗ, ਮੈਂ ਆਪਣੀ ਲਾਈਫ ਦੇ ਵਿੱਚ ਕਦੇ ਗੁਰਦੁਆਰੇ ਤੇ ਜ਼ਰੂਰ ਜਾਈਦਾ ਸੀਗਾ, ਕਿਉਂਕਿ ਫੈਮਿਲੀ ਦਾ ਐਟਮੋਸਫੇਅਰ ਇਸ ਤਰ੍ਹਾਂ ਦਾ ਕਿ ਗੁਰਦੁਆਰੇ ਜਾਣਾ, ਸੇਵਾ ਕਰਨੀ, ਸਾਰਾ ਕੁਝ, ਪਰ ਕੋਈ ਵੋਲੰਟਰੀ ਕੰਮ ਨਹੀਂ ਸੀ ਕੀਤਾ। ਤੇ ਜਦੋਂ ਮੈਂ ਰਿਟਾਇਰ ਹੋਣ ਦਾ ਸੋਚੀ ਸੀ ਤੇ ਮੇਰਾ ਬੇਟਾ ਹਮੇਸ਼ਾ ਕਹਿੰਦਾ ਸੀ, ਮਮ ਤੁਸੀਂ ਸਾਰਾ ਦਿਨ ਘਰ 'ਚ ਹੀ ਕੰਮ ਕਰਦੇ ਰਹਿੰਦੇ ਹੋ, ਤੁਹਾਡੀ ਕੋਈ ਆਊਟਲੈਟ ਨਹੀਂ ਹੈ, ਤੁਸੀਂ ਰਿਟਾਇਰ ਹੋ ਕੇ ਫਿਰ ਕੀ ਕਰੋਗੇ? ਤੇ ਮੈਂ ਉਹਨੂੰ ਕਿਹਾ ਮੈਂ ਜਦੋਂ ਰਿਟਾਇਰ ਹੋਵਾਂਗੀ ਨਾ ਤੇ ਮੈਂ ਜ਼ਰੂਰ ਕੁਛ ਨਾ ਕੁਛ ਕਰੂੰਗੀ, ਐਂਡ ਇਸ ਕਰਕੇ ਤੁਸੀਂ ਹੁਣ ਤੋਂ ਸ਼ੁਰੂ ਕਰੋ,
ਦੇਖਣਾ। ਮੈਂ ਕਹਿਣਾ ਨਹੀਂ ਜਦੋਂ ਮੈਂ ਰਿਟਾਇਰ ਹੋਊਂਗੀ ਮੈਂ ਉਦੋਂ ਕਰਾਂਗੀ। ਜਦੋਂ ਮੈਂ ਗਰੁੱਪ ਜੁਆਇਨ ਕੀਤਾ ਨਾ ਤੇ ਮੇਰਾ ਜਦੋਂ ਉੱਥੇ ਐਟਮੋਸਫੇਅਰ ਜਾ ਕੇ ਦੇਖਿਆ ਮੈਂ ਕਿਹਾ ਸਾਡੇ ਕਲਚਰ ਦੇ ਵਿੱਚ ਸੇਵਾ ਤੇ ਇਸ ਤਰ੍ਹਾਂ ਦਾ ਸਾਰਾ ਕੁਝ ਹੈ। ਮੈਨੂੰ ਇਸ ਤਰ੍ਹਾਂ ਲੱਗੇ ਕਿ ਮੈਂ ਕੁਛ, ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਕ ਹੈ ਤੇ ਮੈਨੂੰ ਇੱਦਾਂ ਸੀ ਕਿ ਮੈਨੂੰ ਕਿਸੇ ਹੋਮਲੈਸ ਵਾਸਤੇ ਜੇ ਮੈਂ ਕਰ ਸਕਾਂ, ਕਿਉਂਕਿ ਪਹਿਲਾਂ ਮੈਂ ਕੇਟਰਿੰਗ ਰਿਟਾਇਰ ਹੋਣ ਤੋਂ ਬਾਅਦ ਕੇਟਰਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਮੈਂ ਸੋਚਿਆ ਇਹ ਬੰਦੇ ਤਾਂ ਕਿਤੋਂ ਹੋਰ ਪੈਸੇ ਦੇ ਕੇ ਵੀ ਕਰ ਸਕਦੇ ਤੇ ਕਿਉਂ ਨਾ ਮੈਂ ਉਹੋ ਜਿਹੇ ਬੰਦਿਆਂ ਵਾਸਤੇ ਕੁਕਿੰਗ ਕਰਾਂ ਜਿਹੜੇ ਅਫੋਰਡ ਨਹੀਂ ਕਰ ਸਕਦੇ। ਸੋ ਫਿਰ ਮੈਂ ਸੋਚਿਆ ਕਿ ਮੈਂ ਹੋਮਲੈਸ ਵਾਸਤੇ ਕੁਕਿੰਗ ਕਰਦੀ ਹਾਂ ਤੇ ਅਸੀਂ ਆਪਣੇ ਗਰੁੱਪ 'ਚ ਟਰਾਈ ਕੀਤਾ ਸੀਗਾ ਪਰ ਇਟ ਡਿਡਨਟ ਵਰਕ ਆਊਟ। ਦੈਨ ਲੱਕੀਲੀ ਮੈਨੂੰ ਸਵੋਟਸ ਨਾਲ ਮੈਂ ਜੁਆਇਨ ਕਰ ਲਿੱਤਾ। ਸੋ ਉਹਨਾਂ ਦੇ ਨਾਲ ਮੈਂ ਹਫਤੇ 'ਚ 2 ਵਾਰੀ ਜਾਂਦੀ ਹਾਂ ਉਹਨਾਂ ਨੂੰ ਸੇਵਾ ਕਰਨ ਦੇ, ਕੁਕਿੰਗ ਕਰਕੇ ਉਹਨਾਂ ਨੂੰ ਮੀਲਸ ਦੇਣ ਜਾਂਦੀ ਹਾਂ। ਦੈਨ ਫਿਰ ਮੈਂ ਫੂਡ ਬੈਂਕ ਵੀ ਜੁਆਇਨ ਕੀਤਾ ਤੇ ਜਿਸ ਤਰ੍ਹਾਂ ਚਰਨਜੀਤ ਕਹਿੰਦੇ ਕਿ ਤੁਸੀਂ ਇੱਕ ਵਾਰੀ ਕਰੋ, ਨਿਕਲੋ ਤੇ ਕਿਸੇ ਨੂੰ ਹੈਲਪ ਕਰੋ ਤੇ ਤੁਹਾਨੂੰ ਕੁਝ ਤੁਹਾਡੇ ਮਨ ਦੀ ਪਰੇਸ਼ਾਨੀ ਸਾਰੀਆਂ ਦੂਰ ਹੋ ਜਾਂਦੀਆਂ। ਤੁਹਾਨੂੰ ਆਪਣਾ ਸਭ ਦੁੱਖ ਦਰਦ ਭੁੱਲ ਜਾਂਦਾ ਹੈ ਜਦੋਂ ਤੁਸੀਂ ਦੂਸਰੇ ਬੰਦਿਆਂ ਨੂੰ ਹੱਸਦੇ ਦੇਖਦੇ ਹੋ ਨਾ ਤੇ ਉਹਦੇ ਤੁਹਾਨੂੰ ਇੰਨੀ ਖੁਸ਼ੀ ਮਿਲਦੀ ਹੈ ਕਿ ਇਹ ਦੇਖੋ ਬੰਦੇ ਸਾਡੇ ਨਾਲੋਂ ਕਿੰਨੇ ਕਮਜ਼ੋਰ ਨੇ, ਕੁਝ ਵੀ ਨਹੀਂ ਇਹਨਾਂ ਦੇ ਕੋਲ ਹੈਗਾ ਤੇ ਅਸੀਂ ਇਹਨਾਂ ਨੂੰ ਦੇ ਰਹੇ, ਉਹ 100 ਬਲੈਸਿੰਗਸ ਦੇ ਕੇ ਜਾਂਦੇ ਆ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਲਾਈਫ ਦੇ ਵਿੱਚ ਬਹੁਤ ਕੁਝ ਕੀਤਾ ਹੈ ਆਪਣੇ ਵਾਸਤੇ ਪਰ ਹੁਣ ਤੁਹਾਡਾ ਟਾਈਮ ਹੈ ਤੁਸੀਂ ਕਿਸੇ ਵਾਸਤੇ ਕਰੋ ਔਰ ਉਹ ਕਿਸੇ ਨੂੰ ਖੁਸ਼ੀ ਦੇਣ ਵਾਸਤੇ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਕਿਸੇ ਨੂੰ ਖੁਸ਼ੀ ਦਿੰਦੇ ਹੋ। ਹਾਂਜੀ, ਐਂਡ ਆਈ ਥਿੰਕ even ਸਾਡੇ viewers ਹੁਣ ਵੀ ਦੇਖਦੇ ਆ ਤੁਹਾਨੂੰ ਦੇਖ ਕੇ probably ਸੋਚਦੇ ਆ that ਦੇਖੋ it's like a family and a unity, and Sikh channel that's the reason why Sikh channel ਇੱਥੇ ਹੈਗਾ, it's a platform to bring people together and you can see that, and I think that's an inspiration for ਸਾਡੇ viewers and again that then leads on to my next question because obviously you are an amazing organisation, amazing ਸੇਵਾਦਾਰ, but ਆ ਜਿਹੜਾ badge ਵੀ ਤੁਸੀਂ ਪਾਇਆ ਇਹਦੇ ਬਾਰੇ ਥੋੜਾ ਦੱਸਿਓ because you were awarded something as well। ਇਹ ਬੈਜ ਵੀ ਅਕਸ਼ਾ ਦੇ ਕਾਰਨ ਹੀ ਮਿਲਿਆ ਕਿਉਂਕਿ ਅਕਸ਼ਾ ਇੰਨਾ ਅੱਛਾ ਕੰਮ ਕਰਦੇ ਆ ਤੇ ਬੰਦਿਆਂ ਨੇ ਰੈਕਗਨਾਈਜ਼ ਕੀਤਾ ਕਿ ਇੰਨਾ ਅੱਛਾ ਕੰਮ ਕਰਦੇ ਆ। ਸੋ ਵੀ ਗੋਟ ਅ ਕੁਈਨਸ ਅਵਾਰਡ, ਅਕਸ਼ਾ's got MB, so because it was a group ਤੇ ਫਿਰ we had last week we had a big ceremony, so Queens the representative they came over, handed the awards and the certificates, the air badge for then volunteers jinne main volunteers jinne भी हैगे we got these। ਹਾਂਜੀ, ਐਕਚੁਅਲੀ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ ਅਕਸਾ ਨੂੰ ਲਾਸਟ ਈਅਰ ਪਰ ਐਕਚੁਅਲੀ ਉਹ ਪ੍ਰੈਜ਼ੈਂਟ ਨਹੀਂ ਕਰ ਸਕੇ ਸੀ ਬਿਕੋਜ਼ ਅਕਸਾ ਦੀ ਇਲਨੈਸ ਕਰਕੇ। ਪਰ ਉਸ ਟਾਈਮ ਦੇ ਵਿੱਚ ਅਕਸਾ ਐਂਡ ਮਾਵੇਸ਼ ਰੀਅਲੀ ਉਹਦੀ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਇੰਟਰਵਿਊ ਕੀਤੀ ਹੈ ਯੰਗ ਗਰਲ, ਉਹ ਬਕਿੰਗਮ ਪੈਲੇਸ ਗਏ ਸੀ, ਅਕਸਾ ਦੀਆਂ 2 ਬੇਟੀਆਂ ਗਈਆਂ ਸੀਗੀਆਂ, ਸੋ ਉਹਨਾਂ ਨੇ ਕੁਈਨਸ ਨੂੰ ਮਿਲੇ ਆ, ਸੋ ਉੱਥੇ ਗਾਰਡਨ ਪਾਰਟੀ 'ਚ ਇੰਜੋਏ ਕੀਤਾ ਸਾਰਾ, ਪਰ ਓਨਲੀ ਅਵਾਰਡ ਨਹੀਂ ਸੀ, ਫੰਕਸ਼ਨ ਨਹੀਂ ਸੀ ਕਰ ਸਕੇ ਬਿਕੋਜ਼ ਅਕਸਾ ਦੀ ਇਲਨੈਸ ਕਰਕੇ। ਸੋ ਉਹ ਅਸੀਂ ਲਾਸਟ ਵੀਕ ਲਿਆ ਤਾਂ ਅਸੀਂ ਵੀ very proud ਫੀਲ ਕਰਦੇ ਹਾਂ ਇਸ ਦੇ ਲਈ। ਕੰਗ੍ਰੈਚੁਲੇਸ਼ਨਸ। ਹਾਂਜੀ, ਨਹੀਂ ਥੈਂਕ ਯੂ। ਜਿੱਦਾਂ ਹੁਣ ਅਸੀਂ ਵੀ ਆ ਇੱਕ ਇਹ ਨਹੀਂ ਅਸੀਂ ਸਿਰਫ ਹੈਲਪ ਕਰਦੇ ਕਿਸੇ ਲਈ ਪਈ ਸਿਰਫ ਇਹੀ ਚੀਜ਼, ਪਰ ਅਸੀਂ ਆਪ ਹੁਣ ਮੈਂ ਇੱਥੇ ਬੈਠੀ ਤੁਹਾਡੇ ਨਾਲ ਗੱਲ ਕਰਦੀ, ਮੇਰਾ ਖਿਆਲ 10 ਸਾਲ ਪਹਿਲਾਂ ਮੈਂ ਇਹ ਨਹੀਂ ਕਰ ਸਕਦੀ ਸੀ। ਇਹ ਲਾਸਟ 2 ਸਾਲ ਵਿੱਚ ਜਿੱਦਾਂ ਇੰਨਾ ਇਨਕਰੇਜਮੈਂਟ ਕਰਦੀ ਹੈ, ਇੰਨਾ ਤੁਹਾਨੂੰ ਪ੍ਰੇਜ਼ ਕਰਦੀ ਹੈ, ਤੁਹਾਡਾ ਹੋਰ ਕਰਨੇ ਨੂੰ ਦਿਲ ਕਰਦਾ ਉਹਦੇ ਨਾਲ। ਜਿਸ ਤਰ੍ਹਾਂ ਕੰਮ ਉੱਥੇ ਅਸੀਂ ਕਿੰਨੀ ਵਾਰੀ ਅਸੀਂ ਜਿੱਦਾਂ ਹੌਲੀਡੇ ਗਏ ਆ, ਹੁਣ ਐਵਰੀ ਵੀਕ ਸਾਈਕਲਿੰਗ ਕਰਦੇ ਆ, ਅਸੀਂ ਟੈਨਿਸ ਖੇਲਦੇ ਆ, ਸਵਿਮਿੰਗ ਲਈ ਜਾਂਦੇ ਆ, ਆਲ ਦਾ ਟ੍ਰਿਪਸ, ਥੀਏਟਰਸ ਜਾਂਦੇ ਆ, ਐਂਡਲੈਸ ਆ ਜਿੱਦਾਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਆ। ਐਂਡ ਅਪਕਮਿੰਗ ਤੁਹਾਡੇ ਜਿਹੜੇ ਪ੍ਰੋਜੈਕਟਸ ਹੈਗੇ ਉਹ ਪ੍ਰੋਗਰਾਮਸ ਜਿਹੜੇ ਹੈਗੇ ਸੀ ਥੋੜਾ ਉਹਦੇ ਬਾਰੇ ਦੱਸ ਸਕਦੇ ਕੀ ਹੈਗਾ ਦੈਟਸ ਅਪਕਮਿੰਗ that ਤੁਸੀਂ ਮੀਟ ਐਂਡ ਮਿੰਗਲ is going to be holding? ਹਾਂਜੀ ਹਾਂਜੀ, ਇੱਕ the first one ਤਾਂ I think seaside, because seaside is one of ਜਿੱਦਾਂ every year arrange ਕਰਦੀ ਆ, and ਫਿਰ ਜਿੱਦਾਂ ਜਿੰਨੇ ਵੀ ਲੇਡੀ ਜਿੱਦਾਂ ਅਕਸਰ ਸਾਡੇ nearly 400 ladies ਆ, ਪਰ ਸਾਰੇ ਇੱਕ ਵਾਰੀ ਨਹੀਂ ਆਉਂਦੇ ਜਿੱਦਾਂ ਨਾ, ਜਿਸ ਨੂੰ ਵੀ ਕਿਉਂਕਿ really flexible, we got middle 2 hours, ਕੋਈ 15 ਮਿੰਟ ਆਉਂਦਾ, ਕੋਈ ਘੰਟਾ ਆਉਂਦਾ, ਕੋਈ 2 ਘੰਟੇ ਆਉਂਦੇ ਆ। ਸਾਡੇ ਵਰਗੇ ਜਿਹੜੇ really into it, we do every day and
and do much as we can. And फिर boat party है, and then फिर एक show fashion है ਜਿਹੜਾ ਕੀਤਾ. So and ਅਸੀਂ ਵੀ learn so much, ਜਿੱਦਾਂ dancing learn ਕਰਦੇ ਹਾਂ, stage show ਅਸੀਂ ਆਪਣੇ group ਦੇ ਵਿੱਚ ਹੀ, ਪਰ confidence ਸਾਰਿਆਂ ਦੇ ਵਿੱਚ ਇੰਨਾ ਹੋਇਆ ਹੈ ਨਾ, ਜਿੱਦਾਂ really feel proud. ਪਰ ਜੇ ਤੁਸੀਂ shy ਵੀ ਹੁੰਦੇ, she encourage you so much, you can't say no to Aksa. And ਤੁਸੀਂ feel ਕਰਦੇ that ਹੁਣ ਜਿੰਨਾ ਕਿ ਤੁਸੀਂ ਸੇਵਾ ਹੁਣ ਕੀਤਾ up to now, that ਤੁਹਾਡੇ friend circle ਵੀ ਜਿੱਦਾਂ ਵਧਿਆ? ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਹੀ ਸੀ ਕਿ ਮੇਰੇ ਤਾਂ ਕੋਈ ਫਰੈਂਡਸ ਨਹੀਂ ਸੀ ਹੁੰਦੇ ਇਨਸਾਨ, ਹੁਣ ਮੈਨੂੰ ਮੇਰੇ ਹਸਬੰਡ ਕਹਿੰਦੇ ਤੇਰਾ ਫੋਨ ਤੂੰ ਕਦੇ ਫੋਨ ਨਹੀਂ ਸੀ ਚੱਕਿਆ, ਹੁਣ ਤੇਰਾ ਫੋਨ ਹੀ ਇੰਨੇ ਮੈਸੇजेस ਆਉਂਦੇ ਆ ਕਿ ਤੂੰ ਤਾਂ ਯੰਗਸਟਰਸ ਨਾਲੋਂ ਵੀ ਜ਼ਿਆਦਾ ਹੋ ਗਈ. ਬਿਕਾਜ਼ ਹੁਣ ਸਭ ਨੂੰ ਚਾਹੀਦਾ ਹੱਸ ਕੇ ਮਿਲੀਦਾ, ਸਭ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ, ਇੱਕ ਦੂਜੇ ਨੂੰ ਕੋਈ ਗੱਲ ਦੱਸਣਾ ਚਾਹੁੰਦੇ ਆ, ਤੇ ਬਹੁਤ ਵੱਡਾ ਸਰਕਲ ਫਰੈਂਡਸ ਦਾ ਬਣ ਗਿਆ. ਹਾਂਜੀ, ਵੈਰੀ ਗੁੱਡ. ਬਿਕਾਜ਼ ਮੇਰਾ ਸਨ ਵੀ, ਇਵਨ ਮਾਈ ਚਿਲਡਰਨ, ਜਿਹੜੇ ਮੇਰੇ ਕੋਲ 2 ਬੇਟੇ ਆ, ਉਹ ਸਨ ਮੇਰਾ ਟੀਜ਼ ਕਰਦਾ ਹੁੰਦਾ ਕਿ ਨਹੀਂ ਤਾਂ ਹੁੰਦਾ ਸੀ ਮਮ ਤਾਂ ਘਰੇ ਹੀ ਆ ਨਾ ਕੰਮ ਨਾ, ਸੋ ਨਾਓ ਮਮ ਨੂੰ ਅਪਾਇੰਟਮੈਂਟ ਬਣਾਉਣੀ ਪੈਂਦੀ ਕਦੋਂ ਮਿਲਣਾ. I feel already listening to you that I want to be a part of this group. ਮੈਂ ਵੀ ਇੱਕ ਦਿਨ ਆਉਂਗੀ join ਕਰਾਂਗੀ. ਬਹੁਤ ਹੀ ਯੰਗ ਕੁੜੀਆਂ ਤੁਹਾਡੇ ਵਰਗੀਆਂ ਨਾ, ਜਿੱਦਾਂ ਇਸ ਕੁਆਇਟ ਅ ਫਿਊ ਕਈ ਕੰਮ ਕਰਦੀਆਂ, ਜਦੋਂ ਵੀ ਉਹਨਾਂ ਕੋਲ ਟਾਈਮ ਹੁੰਦਾ ਆਉਂਦੀਆਂ. ਅਕਸਾ ਨੇ ਦੱਸਿਆ ਤੁਹਾਨੂੰ ਸ਼ਾਮ ਨੂੰ ਚਾਹੁੰਦੀ ਆ ਕਰਨਾ, ਉਹਨਾਂ ਲਈ ਕਰਦੀ ਵੀ ਆ. ਸੋ once a month ਜਿੱਦਾਂ is for working women, and it's like a really wonderful organization, and then I'm just so great that I'm part of it. ਹਾਂਜੀ. And also ਮੈਂ ਪੁੱਛਣਾ ਜਿੱਦਾਂ ਤੁਸੀਂ ਹੈਗੇ a non-profit charity organisation, ਹੈ ਨਾ, but ਤੁਸੀਂ ਕਿੰਨੇ events hold ਕਰਦੇ ਆ? How do you manage to, I guess, to get by? Is it ਜਿੱਦਾਂ ਬਾਹਰ ਦੀ ਜਿਹੜੀ ਸੰਗਤ ਹੈਗੀ ਉਹ ਡੋਨੇਟ ਕਰਦੇ ਹੋ? Have you got other people that support you? Like, how does it all come together? How do you manage? It's more there is people we having lottery fund, because ਅਸੀਂ ਸਾੜੀ ਪ੍ਰੋਜੈਕਟ ਇਦਾਂ ਵਗੈਰਾ ਕਰਦੇ ਹਾਂ, ਉਹਦੇ ਲਈ lottery fund ਵਗੈਰਾ ਮਿਲਦੇ ਆ, and there is other funds support us. and ਪਰ ਜਿਹੜਾ ਅਸੀਂ ਆਪ ਕਰਦੇ ਆ, ਜਿੱਦਾਂ ਹੁਣ ਲਾਸਟ ਹੁਣ yesterday ਸੀਗਾ ਸਾਡਾ ਫੰਡ ਰੇਜ਼ਿੰਗ, ਸੋ ਉਹ ਸਾਰਾ ਫਿਰ ਅਕਸਾ ਦਾ ਹੀ ਅਰੇਂਜ ਹੁੰਦਾ ਆ. ਪਰ ਜਿਨ੍ਹਾਂ ਨੇ ਉੱਥੇ ਸਟਾਲ ਵਗੈਰਾ ਲਗਾਏ ਸੀਗੇ, ਸੋ ਦੇ pay awards it, so that's ਜਿੱਦਾਂ ਫਿਰ ਅਕਸਰ try ਕਰਦੀ ਆ fundraising for ovarian cancer at the moment. But yeah, obviously we are getting grants and stuff, and so you get the support. ਹਾਂਜੀ, we do get the support, and that Aksa can put more light on that. So you get support as well, but in terms of what I didn't cover in the first half, and maybe you might be able to help me with this, ਤੁਸੀਂ ਵੀ also support ਕਰਦੇ ਹੈ ਨਾ? You support other charities? ਉਹਦੇ ਵਿੱਚ ਤੁਹਾਡਾ ਦੱਸਿਓ. Yes, support ਤੋਂ ਬਗੈਰ ਤੇ ਕੁਝ ਵੀ ਨਹੀਂ ਹੁੰਦਾ. ਜੇ ਟੀਮ ਹੋਵੇ ਤੇ ਸਪੋਰਟ ਕਰਨ ਵਾਲੀ, ਤੇ ਫਿਰ ਉਹਦੇ ਚ ਸਾਰਾ ਕੁਝ ਹੋ ਜਾਂਦਾ ਹੈ ਨਾ. ਤੇ ਜਿਸ ਤਰ੍ਹਾਂ ਤੁਹਾਡਾ ਕੁਐਸਚਨ ਸੀਗਾ ਕਿ ਤੁਸੀਂ ਵੀ ਸਪੋਰਟ ਕਰਦੇ ਹੈ ਨਾ ਆਰਗੇਨਾਈਜੇਸ਼ਨਸ ਨੂੰ? ਤੁਸੀਂ ਵੀ ਕਰਦੇ ਆ ਹੋਮਲੈਸ ਨੂੰ? ਜਿੰਨਾ ਸਾਡੇ ਕੋਲ ਹੁੰਦਾ ਹੈ, ਜਿੱਦਾਂ ਹੁਣ ਅਸੀਂ ਕ੍ਰਿਸਮਸ ਟਾਈਮ ਤੇ ਬਾਕਸਿਸ ਬਣਾ ਕੇ ਚਾਕਲੇਟਸ ਤੇ ਦਿੰਦੇ ਆ, ਤੇ ਉਹ ਸਾਰੀਆਂ ਲੇਡੀਜ਼ ਕੰਟਰੀਬਿਊਟ ਉਹਦੇ ਚ ਕਰਦੀਆਂ ਆ. ਫਿਰ ਜਿਹੜੇ ਹੋਮਲੈਸ ਨੂੰ ਅਸੀਂ ਵਿੰਟਰ ਦੇ ਵਿੱਚ ਸਕਾਰਫਸ ਐਂਡ ਹੈਟਸ ਐਂਡ ਗਲਵਸ ਵਗੈਰਾ ਦਿੰਦੇ ਆ, ਉਹ ਵੀ ਸਾਰੀਆਂ ਲੇਡੀਜ਼ ਕੰਟਰੀਬਿਊਟ ਕਰਕੇ ਅਸੀਂ ਉਹਨਾਂ ਨੂੰ ਦਿੰਦੇ ਆ. ਸੋ ਕਾਫੀ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਆ ਵਿਦ ਦ ਸਪੋਰਟ ਆਫ ਆਰ ਲੇਡੀਜ਼. ਸਾਰਾ ਕੁਝ ਇੱਕ ਪਾਉਂਡ ਵੀ ਪਾਉਂਦੇ ਆ, ਤੇ 400 ਲੇਡੀਜ਼ ਆ, ਔਰ ਕੁਝ ਥੋੜੀਆਂ ਜੈਨਰਸ ਹੁੰਦੇ ਆ ਬੰਦੇ, ਦੇ ਗਿਵ ਅ ਲਿਟਲ ਬਿਟ ਮੋਰ, ਤੇ ਉਸ ਤਰ੍ਹਾਂ ਅਸੀਂ ਉਹਨਾਂ ਆਰਗੇਨਾਈਜੇਸ਼ਨਸ ਨੂੰ ਅਸੀਂ ਸਪੋਰਟ ਕਰਦੇ ਹਾਂ. ਐਂਡ ਜਿਹੜਾ ਤੁਹਾਡਾ ਬੇਸ ਹੈਗਾ, ਫॉर एग्जांपल ਮੈਨੂੰ ਪਤਾ that ਮੈਂ ਸਲਾਓ, ਮੈਂ ਕਹਿੰਦੀ ਸੀ ਤੁਸੀਂ you're from ਸਲਾਓ ਹੈ ਨਾ, but you've got different ਮੈਨੂੰ ਪਤਾ you but might not have the addresses on you, but ਤੁਸੀਂ ਥੋੜਾ ਜਿਹਾ ਦੱਸ ਸਕਦੇ like how is it all in the locality of ਸਲਾਓ, ਜਿਹੜੇ ਸਾਰੇ different base ਹੈਗੇ for all the different projects that you have? ਉਹਦੇ ਬਾਰੇ ਥੋੜਾ ਜਿਹਾ ਦੱਸ ਸਕਦੇ like are they in and around ਸਲਾਓ? Yes, it's mostly all in around ਸਲਾਓ. ਜਿਹੜਾ ਸਾਡਾ ਇੱਕ ਪ੍ਰੋਗਰਾਮ ਹੁੰਦਾ, ਪਹਿਲਾ ਪ੍ਰੋਗਰਾਮ ਹੁੰਦਾ, ਉਹ ਚਾਲਵੀ community center ਜੀ, okay, that's in ਸਲਾਓ. ਹਾਂਜੀ, 2-3 ਦਿਨ ਅਸੀਂ ਸਾਨੂੰ ਚਰਚ ਵਾਲਿਆਂ ਨੇ ਆਪਣਾ ਚਰਚ ਹਾਲ ਦਿੰਦੇ ਆ, ਐਂਡ ਵੀ ਡੋਂਟ ਪੇ ਐਨੀਥਿੰਗ ਟੂਵਰਡਸ ਦੈਟ. ਉਹ ਸਾਨੂੰ ਉਹ ਹੈਲਪ ਕਰਦੇ ਆ. ਸੋ ਵੀ ਹੋਲਡ ਜਿੱਦਾਂ ਕੋਈ ਇਨਡੋਰ ਐਕਟੀਵਿਟੀਜ਼, ਜਿੱਦਾਂ ਯੋਗਾ ਹੈਗਾ, ਕੋਈ ਡਾਂਸ ਕਲਾਸ ਹੈਗੀ ਹੈ, ਕੋਈ ਟਾਕ ਕਰਨ ਵਾਸਤੇ ਆਇਆ, ਜਾਂ ਕੋਈ ਕੁਕਰੀ ਸ਼ੋ ਕਰਨ ਵਾਸਤੇ ਆਇਆ, ਅਸੀਂ ਉੱਥੇ ਉਸ ਚਰਚ ਵਿੱਚ ਅਸੀਂ ਹੋਲਡ ਕਰਦੇ ਆ.
ਤੇ ਸਮਰ ਟਾਈਮ ਸਾਡਾ ਇੱਕ ਦਿਨ ਜਿਹੜਾ ਥਰਸਡੇ ਮੇਨਲੀ ਸਾਡਾ ਬਾਹਰ ਐਕਟੀਵਿਟੀ ਦਿਨ ਹੁੰਦਾ ਹੈ। ਹਾਂਜੀ। ਉਹ ਜਿਸ ਤਰ੍ਹਾਂ ਹੁਣ ਇਸ ਟਰਮ ਦੇ ਵਿੱਚ ਅਸੀਂ ਟਰਮ ਟਾਈਮ ਹੀ ਰਨ ਕਰਦੇ ਹਾਂ। ਓਕੇ, ਹਾਂਜੀ। ਤੇ ਹੁਣ ਇਸ ਟਰਮ ਅਸੀਂ ਸਾਈਕਲਿੰਗ, you'll be amazed ਕਿ 60 plus ladies, Cycling. 70 plus ladies as well. उन्होंने कभी साइकिल साइकिल हाथ लगाया। Oh my gosh, this Yeah. is so important. Because you know what, my mum is 67. Yeah. You need to get on that bike. No, but So like साडे को भेजियो Wow. So we So we did cycling this term. We go for golfing. Last year we did golfing. We do tennis. We do netball. Then we have swimming. So ਜਿਹੜਾ Thursday ਦੀ activities ਬਾਹਰਲੀਆਂ activities ਹੈ, we go to the venues ਜਿੱਥੇ ਸਾਨੂੰ ਅਸੀਂ ਜਿੱਦਾਂ golf course ਤੇ golfing, tennis ਤੇ ਟੈਨਿਸ ਕੋਰਟ ਤੇ ਪਾਰਕ ਦੇ ਵਿੱਚ ਸਵਿਮਿੰਗ ਇਨ ਅ ਸਵਿਮਿੰਗ ਪੂਲ ਦੇ ਉੱਤੇ। ਸੋ ਮੋਸਟਲੀ ਜਿਹੜੀਆਂ ਬਾਹਰਲੀਆਂ ਐਕਟੀਵਿਟੀਜ਼ ਉਹ ਅਸੀਂ ਬਾਹਰ summer time more summer outside. Very good. And Jenny, fitness vi hai, you do a lot of Jenny, mostly Yes. majority is fitness activities. Yes. Again, you know, being obviously Sikh channel and generally, you know, whether it's us Punjabis or the Asian community, we tend to not stay very active or fit. We tend to move more towards not being that and trying to get away from it. Or we got this zaruriya to stay active and fit. What does it do? How does it help? ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਸਪੈਸ਼ਲੀ ਕਰਕੇ ਆਪਣੇ ਜਿਹੜੇ ਏਸ਼ੀਅਨ ਬੰਦੇ ਆ ਉਹ ਜਦੋਂ 60 ਸਾਲ ਹੋ ਜਾਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਰਿਟਾਇਰ ਹੋ ਗਏ ਆ ਤੇ ਹੁਣ ਅਸੀਂ ਕੰਮ ਨਹੀਂ ਕਰਨਾ, ਸਾਡੇ ਬੱਚੇ ਕੰਮ ਕਰਨ ਜਾਂ ਨੋਆ ਕੰਮ ਕਰਨ, ਤੇ ਉਹ ਫਿਰ ਬੈਠ ਜਾਂਦੇ ਆ ਤੇ ਉਹਦੇ ਕਰਕੇ ਫਿਰ ਤੁਹਾਨੂੰ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ। ਇਟਸ ਵੈਰੀ ਇੰਪੋਰਟੈਂਟ ਟੂ ਸਟੇ ਐਕਟਿਵ ਕਿ ਤੁਸੀਂ ਚਲਦੇ ਫਿਰਦੇ ਰਹੋ ਤੇ ਤੁਹਾਨੂੰ ਜ਼ਿਆਦਾ ਤੰਦਰੁਸਤੀ ਹੁੰਦੀ ਹੈ ਤੇ ਤੁਹਾਡੀ ਸਿਹਤ ਵੀ ਅੱਛੀ ਰਹਿੰਦੀ ਹੈ ਤੇ ਤੁਹਾਡੀ ਉਮਰ ਵੀ ਜੀ ਠੀਕ ਹੁੰਦੀ ਹੈ। ਹਾਂਜੀ, ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ। ਹਾਂਜੀ, we've got about 4 minutes left and I feel like the time has gone by so quick and I have so many questions, but I guess the next question I'd like to ask really in terms of, you know, you've talked a little bit about your future projects ਜਿਹੜੇ ਹੈਗੇ ਆ, so Meet and Mingle, what's your vision for, like, what more are you going to be looking to do, or tell us a little bit more about that to see like ਕੀ ਚਾਹੁੰਦੇ ਕਰਨ ਨੂੰ ਹੈ ਨਾ in the future? We do a lot of walking as well. Okay. Charity walks. फिर we had one in April ਕੀਤੀ ਸੀਗੀ ਹੈ ਨਾ ਚੈਰਿਟੀ ਦੀ ਹੈ ਨਾ, ਤੇ ਹੋਰ ਅਸੀਂ ਹੌਲੀਡੇ ਵੀ ਜਾਂਦੇ ਹੈਗੇ ਆ। Oh, okay. ladies go holiday as well. ਹਾਂਜੀ, very nice. ਇਕੱਠੇ ਹੋ ਕੇ ਜਾਂਦੇ ਆ, they enjoy themselves as well ਹੈ ਨਾ। And ਕਿੰਨੇ roughly ladies on there too, and probably a different number. हाँ जी, it's depend करता है, जैसे yoga quite a few, it's like sometimes 30 भी हो जानी है, 25 हो जानी है, जिस दिन food involve ਹੁੰਦਾ है फिर 50 भी हो जानी है। 51 हो जाना, मेरी मम ने होना है। very good। ਜਿਹਦਾ question ਸੀਗਾ ਵਿਜ਼ਨ ਦਾ, ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਅਕਸ਼ਾ ਦਾ ਸਾਥ ਸਪੋਰਟ ਹੋਏਗਾ ਸਾਨੂੰ ਤੇ ਬਾਕੀ ਦਾ ਟੀਮ ਦਾ ਵੀ ਸਪੋਰਟ ਹੋਏਗਾ, ਮੇਰੇ ਖਿਆਲ 'ਚ ਅਸੀਂ ਇੱਥੇ ਹੀ ਨਹੀਂ ਹੋਵਾਂਗੇ, ਮੇਬੀ ਹਰ ਟਾਊਨ ਦੇ ਵਿੱਚ ਸਾਡਾ ਮੀਟ ਐਂਡ ਮਿੰਗਲ ਹੋਏਗਾ। ਹਾਂਜੀ, because do you think that ਇਹ ਲੋੜ ਹੈਗੀ ਆ for something like that? ਡੈਫੀਨਿਟਲੀ ਹੈਗੀ ਆ, ਕਿਉਂਕਿ ਅਸੀਂ ਮੈਂ ਆਪ ਪਰਸਨਲੀ ਐਕਸਪੀਰੀਅੰਸ ਕੀਤਾ ਆ ਕਿ ਜੇ ਤੁਸੀਂ ਘਰੇ ਹੀ ਰਹਿੰਦੇ ਆ ਤੁਹਾਨੂੰ ਇੱਧਰ, ਕਿਉਂਕਿ ਇਸ all ਡਿਪੈਂਡਸ, ਜੇ ਕਈ ਹੁੰਦੇ ਆ ਬਹੁਤ ਫਰੈਂਡਸ ਦੇ ਘਰ ਜਾਂਦੇ ਆਉਂਦੇ ਜਾਂ ਫੈਮਿਲੀ ਬਹੁਤ ਵੱਡੀ ਆ ਇੱਦਾਂ ਹੁੰਦੇ, ਪਰ ਇਹਦੇ ਵਿੱਚ ਥੋੜਾ ਇੱਦਾਂ ਨਹੀਂ ਹੁੰਦਾ। ਐਂਡ ਫਿਊਚਰ ਇਵੈਂਟਸ ਮੈਂ ਇੰਨਾ ਸਿਰਫ ਕਹਿਣਾ ਚਾਹੂੰਗੀ ਕਿ ਐਵਰੀ ਟਾਈਮ ਨਾ ਅਕਸਾ ਪੁੱਛਦੀ ਆ ਸਭ ਨੂੰ, ਗਿਵ ਫੋਰਮ ਸ਼ੀ ਗਿਵਨ, ਸੋ ਪੁੱਟ ਯੂਰ ਵਿਊਜ਼ ਇਨ, ਸੋ ਤੁਸੀਂ ਕੀ ਕਰਨਾ ਚਾਹੁੰਦੀ ਆ, ਫਿਰ ਉਹ ਜਦੋਂ ਨੈਕਸਟ ਟਰਮ ਦਾ ਉਹ ਬਣਾਉਂਦੀ ਆ ਪ੍ਰੋਗਰਾਮ, ਸੋ ਅਕੋਰਡਿੰਗ ਟੂ ਬਟ ਮੈਜੋਰਿਟੀ ਪੀਪਲ ਜਿੱਦਾਂ ਮੰਗਦੇ ਆ ਵੀ ਅਸੀਂ ਕੀ ਕਰਨਾ ਚਾਹੁੰਦੇ ਆ, ਸੋ ਅਕੋਰਡਿੰਗ ਟੂ ਉਹਦੇ ਹੀ ਹੁੰਦਾ ਹੈ, ਕਿਉਂਕਿ ਡਾਕਟਰਸ ਵੀ ਆਉਂਦੇ ਆ, ਲਾਇਰਸ ਵੀ ਆਉਂਦੇ ਆ ਆਪਣੇ ਸਾਨੂੰ ਟੀਚ ਕਰਨ ਲਈ ਵੀ ਹਾਊ ਟੂ all these ਤੁਸੀਂ ਇੱਦਾਂ ਦੀਆਂ ਚੀਜ਼ਾਂ ਵੀ, ਇਟਸ ਨਾਟ ਜਸਟ ਫਨ ਬੈਟ, ਜਿੱਦਾਂ ਨੌਲੇਜ ਬਹੁਤ ਮਿਲਦੀ ਆ ਇਹਦੇ ਵਿੱਚ। ਹਾਂਜੀ, ਸੋ ਐਵਰੀ ਹੁਣ ਵੀ ਚੱਲ ਰਿਹਾ ਵੀ ਤੁਸੀਂ ਆਪਣਾ ਦਿਓ ਵਿਊਜ਼, ਸੋ ਹੁਣ ਜਿਹੜਾ ਅਗਲਾ ਸਾਡੀ ਪ੍ਰੋਗਰਾਮ ਆਵੇਗਾ ਉਹਦੇ ਵਿੱਚ ਉਸਨੇ ਸਭ ਉਹ ਦੇਖਣਾ ਵੀ ਕਿਸ ਨੇ ਕਿੰਨੇ ਜ਼ਿਆਦਾ ਡਿਮਾਂਡ ਕਿਹੜੀ ਚੀਜ਼ ਦੀ ਆ, ਅਕੋਰਡਿੰਗ ਟੂ ਦੈਟ ਦੈਨ ਸ਼ੀ ਮੇਕ ਅ ਪ੍ਰੋਗਰਾਮ, ਸ਼ੀ ਆਲਵੇਜ਼ ਕੀਪ ਆਸਕਿੰਗ ਵਟ ਵੁਡ ਯੂ ਲਾਈਕ ਟੂ ਡੂ। ਹਾਂਜੀ, and you know our ਜਿਹੜੀ group ਹੈਗੀ ਆ, so I know you have lots of women ਜਿਹੜੇ might be lonely or depressed, isolated. What about or ਜਿਹੜੇ women might be going through abuse in their marriages or things like that? Is there any support available for them as well? She brings people to talk, to where to report, you know, so always professional people, because obviously
ਵੀ ਅਸੀਂ ਸਪੋਰਟ ਕਰਦੇ ਹਾਂ ਪਰ ਵੀ ਆਰ ਨਾਟ ਟ੍ਰੇਨਡ ਔਨ ਦੈਟ ਸਾਈਡ ਆਫ ਇਟ ਪਰ ਸ਼ੀ ਆਲਵੇਜ਼ ਜਿੱਦਾਂ ਬ੍ਰਿੰਗ ਕਰਦੇ ਬੁਲਾਉਂਦੀ ਆ ਜਿਹੜੇ ਪ੍ਰੋਫੈਸ਼ਨਲ ਔਨ ਪੁਲਿਸ ਦੇ ਵੀ ਆਉਂਦੇ ਆ ਦੈਨ ਉਹ ਵੀ ਦੱਸਦੇ ਆ ਤੁਹਾਨੂੰ ਪੁਲਿਸ ਆਉਂਦੀ ਉਹ ਵੀ ਇਹ ਵੀ ਦੱਸਦੀ ਤੁਸੀਂ ਘਰ ਦੇ ਵਿੱਚ ਸੇਫ ਕਿਸ ਤਰ੍ਹਾਂ ਰਹਿਣਾ ਆ ਐਂਡ ਜੇ ਕੋਈ ਅਬਿਊਜ਼ ਹੋ ਰਿਹਾ ਆ ਉਹਦੇ ਲਈ ਤੁਸੀਂ ਕਿਹਨੂੰ ਕੰਟੈਕਟ ਕਰਨਾ ਹੈ ਕਿਉਂਕਿ ਇਹ ਵੈਰੀ ਹਾਰਡ ਚੀਜ਼ ਹੈ ਤੁਸੀਂ ਓਪਨਲੀ ਟਾਕ ਨਹੀਂ ਕਰ ਸਕਦੇ ਕਿਹੜੇ ਨੰਬਰ ਜਾਂ ਫੋਨ ਆ ਜਿੱਥੇ ਤੁਸੀਂ ਉਹ ਕੰਟੈਕਟ ਕਰ ਸਕਦੇ ਆ ਸੋ ਇਸ ਐਨੀਥਿੰਗ ਜੇ ਮੈਨੂੰ ਕੋਈ ਪਰਸਨਲ ਪ੍ਰੋਬਲਮ ਵੀ ਆ ਜਿਹੜੀ ਕਿ ਮੈਂ ਕਿਤੇ ਨਹੀਂ ਕਰ ਸਕਦੀ ਕੋਈ ਟਾਕ ਵਾਲਾ ਵੀ ਨਹੀਂ ਆਇਆ ਆਈ ਕੈਨ ਸਟਿਲ ਗੋ ਟੂ ਅਕਸਾ ਐਂਡ ਆਸਕ ਐਂਡ ਦੈਨ ਸ਼ੀ ਸ਼ੋ ਯੂ ਵਿਚ ਵੇ to go or she'll give you the contact. Okay. And we've got about 1 minute left. Really quickly, the upcoming event ik hegi, you've got a couple of events upcoming, haven't you? Or they can go on the website. Can Sangat go on the website? Everything is on the website. Okay. If you go on Meet and Mingle of website and it's a Facebook, whatever we just karde hain na, it's all there. Okay. So anything, put Meet and Mingle Slough. Okay. And it's everything. Everything is there. And on behalf of Sikh Channel, Asivi, big thank you. बहुत धन्यवाद था amazing सेवा Thank you very much. We're going to hopefully come and cover an event. So I'll be there for the food. But we definitely will come and cover an event. Thank you and God bless you. Keep up the seva. Keep inspiring the ladies out there. So thank you. Thank you very much. So Sankaji, I hope that you enjoyed Kita Sega. Once again, please, if the CV's on there to find out more information, please do get in touch. Go online and get the details. And to all the amazing ladies out there, if you are looking to do any seva, even to the young children as well, they've got the younger sevadar, they've got the lady who came on in the first half who's a volunteer, and now that you've got also the mums that are doing seva, so get in touch, get involved, find out and support them in any way that you can. Hopefully we'll be covering an event as well. If sade to koi galtiyan hoiyan pulla chokka di maafi, please join us next week where we'll have some more inspirational guests on the breakfast show. Vaheguru Ji Ka Khalsa, Vaheguru Ji Ki Fateh.